ਡੇਲੇ ਚੱਕ ਕੇ ਦਿੱਤੀ। ਉਹ ਵਲੰਟੀਅਰ ਜਿਹੜਾ ਸਰਦੂਲਗੜ੍ਹ ਤੋਂ ਮੰਗਦਾ ਉਹਨੂੰ ਬਰਨਾਲੇ ਤੋਂ ਟਿਕਟ ਦਿੱਤੀ ਜਾ ਰਹੀ ਹੈ। ਦੱਸੋ ਫਿਰ ਮੋਰਚਾ ਕਿਵੇਂ ਕਾਮਯਾਬ ਹੋਊਗਾ, ਕਿਵੇਂ ਅਸੀਂ ਅਜਿਹੇ ਮੋਰਚੇ ਦੀ ਹਮਾਇਤ ਕਰਾਂਗੇ। ਸੋ ਜੇਕਰ ਇਹ ਅਲਟੀਮੇਟਮ ਹੀ ਹੈ, ਜੇ ਮੋਰਚੇ ਨੇ ਇਹ ਗੱਲਾਂ ਤੇ ਗੌਰ ਨਾ ਕਰੀ ਮੇਰੀਆਂ ਤੇ, ਤਾਂ ਬਈ ਅਸੀਂ ਜਿਵੇਂ ਦੂਜੀਆਂ ਜਥੇਬੰਦੀਆਂ ਕਹਿੰਦੀਆਂ ਨੇ ਸਾਨੂੰ ਕੀ ਆ, ਅਸੀਂ ਤਾਂ ਰਵਾਇਤੀ ਪਾਰਟੀਆਂ ਦਾ ਸਿਸਟਮ ਬਦਲ ਲਾਏ ਸੀ, ਭਾਈ ਅਕਾਲੀਆਂ ਨੂੰ ਨਾ ਪਾਓ, ਕਾਂਗਰਸ ਝਾੜੂ ਵਾਲ ਨਾ ਪਾਓ। ਅਸੀਂ ਵੀ ਹੁਣ ਇਹੀ ਕਹਾਂਗੇ ਵੀ ਲੋਕਾਂ ਦੀ ਆਜ਼ਾਦ ਮਰਜ਼ੀ ਨਾਲ ਮੇਰਾ ਜਿਹੜਾ ਗੇਟਰਾ ਵੀ ਕਿਜੂ ਕਰਦੇ ਜਿਹਦੀ ਮਰਜ਼ੀ ਵੋਟ ਪਾ ਲੈਣ, ਲੋਕ ਜਿਹਨੂੰ ਚੰਗੇ ਕੈਂਡੀਡੇਟ ਦੇਖ ਲੈਣ ਉਹਨੂੰ ਵੋਟ ਪਾ ਲੈਣ। ਹਾਂ ਇਹ ਗੱਲ ਠੀਕ ਆ ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੀ ਸਪੋਰਟ ਨਹੀਂ ਹੋ ਸਕਦਾ ਕਿ ਸੰਯੁਕਤ ਮੋਰਚੇ ਨੂੰ ਹੋ ਸਕਦਾ ਇਹ ਚੀਜ਼ਾਂ ਕੋਈ ਮੈਂ ਤਾਂ ਜਾਂ ਸਮਝੂਗਾ ਵੀ ਬਦਨਾਮੀ ਹੈ ਸਾਡੇ ਸੰਯੁਕਤ ਮੋਰਚੇ ਦੀ ਵੀ ਯਾਰ ਅਸੀਂ 117 ਕੈਂਡੀਡੇਟ ਇਹ ਨਹੀਂ ਲੱਭ ਸਕੇ ਜਿਹੜੇ ਕ੍ਰਾਂਤੀਕਾਰੀ ਪੰਜਾਬ ਦੇ ਵਿੱਚੋਂ। ਕਿੱਡੀ ਕੁ ਗੱਲ ਸੀਗੀ 117, ਹੱਕ ਤਾਂ ਇਹ ਬਣਦਾ ਸੀ ਇੱਥੇ ਜਿਹੜੀਆਂ ਵੀ ਇੱਕ ਦੋ ਜਥੇਬੰਦੀਆਂ ਹੋਰ ਮੋਰਚੇ 'ਚ ਹੈਗੀਆਂ ਨੇ, ਇਹ ਤਾਂ ਹਰੀਆਂ ਬਾਹਰ ਹੀ ਆ, ਅਸੀਂ ਹੋਈ ਆ ਮੋਰਚੇ 'ਚ। ਅਸੀਂ ਵੀ ਤਾਂ ਇੱਜ਼ਤ ਕਰਕੇ ਬੈਠੇ ਸੀ ਵੀ ਮੋਰਚੇ ਦੀ ਇੱਜ਼ਤ ਬਹਾਲ ਰਹੇ, ਨਹੀਂ ਤਾਂ ਜਦੋਂ ਅਸੀਂ ਤਾਂ ਸਾਡਾ ਕੈਂਡੀਡੇਟ ਨਹੀਂ ਕੋਈ ਚੋਣ ਲੜ ਰਿਹਾ ਕਾਦੀਆਂ ਗਰੁੱਪ ਦਾ ਮੋਰਚੇ 'ਚੋਂ, ਜੇ ਕੋਈ ਇੱਕ ਅੱਧਾ ਲੜ ਵੀ ਰਿਹਾ ਕਿਸੇ ਨੇ ਕੰਮ ਕਰਾਉ ਉਹਦਾ ਪਹਿਲਾਂ ਰਿਜ਼ਾਈਨ ਲੈ ਚੁੱਕੇ ਆ। ਜੇ ਕੋਈ ਲੜ ਰਿਹਾ, ਜਦੋਂ ਅਸੀਂ ਤਾਂ ਇਲੈਕਸ਼ਨ ਰਹੇ ਸੀ ਤਾਂ ਇਹੀ ਸਵਾਗਤ ਕੀਤਾ ਹੀ ਮੋਰਚੇ ਦਾ। ਮੈਂ ਵੀ ਖੁਦ ਕਹਿ ਵੀ ਭਾਈ ਮੈਂ ਚੋਣ ਨਹੀਂ ਲੜਨੀ, ਠੀਕ ਆ ਚੰਗੇ ਕੈਂਡੀਡੇਟ ਆਉਣਗੇ ਅਸੀਂ 3 ਸੀਟਾਂ ਤੇ ਸਪੋਰਟ ਕਰਾਂਗੇ। ਜਦੋਂ 3 ਸੀਟਾਂ ਦੇ ਕੈਂਡੀਡੇਟ ਹੀ ਮਾੜੇ ਲਿਆਤੇ ਜਿਨ੍ਹਾਂ ਨੂੰ ਕੋਈ ਲੋਕ ਨਹੀਂ ਜਾਣਦੇ, ਉਹਨਾਂ ਦੀ ਸਪੋਰਟ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨਹੀਂ ਕਰੂਗੀ। ਲੋਕ ਆਪਦੀ ਆਜ਼ਾਦ ਮਰਜ਼ੀ ਨਾਲ ਵੋਟ ਕਰੋ। ਅਸੀਂ ਕਾਦੀਆਂ ਸਾਹਿਬ ਦੇ ਵੀ ਧਿਆਨ 'ਚ ਮੈਂ ਲਿਆਂਦਾ ਇਹ ਸੀਟਾਂ ਬਾਈ ਜੀ ਇਕੱਲੇ ਬਰਨਾਲੇ 'ਚ ਨਹੀਂ 40 ਸੀਟਾਂ ਤੇ ਰੌਲਾ ਪੈ ਰਿਹਾ ਤੇ ਸਾਡੇ ਤਰਨਤਾਰਨ ਤੇ ਵੀ ਗਲਤ ਸੀਟ ਇਹਨਾਂ ਨੇ ਦਿੱਤੀ, ਕੋਈ ਜਲੰਧਰ ਦੇ ਦਿੱਤੀ, ਕਈ ਸੀਟਾਂ ਤੇ ਰੌਲਾ ਪੈ ਰਿਹਾ। ਤੁਹਾਡੇ ਸਾਹਮਣੇ ਜਿਹੜਾ ਵਿਰੋਧ ਹੈ ਉਹ ਹੋਰ ਨੰਗਾ ਹੋਊਗਾ, ਵਿਰੋਧ ਹੋਰ ਸਾਹਮਣੇ ਆਊਗਾ। ਜਿਹੜੀਆਂ ਮੋਰਚੇ ਦੀਆਂ 5-7 ਬੈਠੇ ਆਪ ਹੁਦਰੀਆਂ ਕਰ ਰਹੇ ਨੇ ਉੱਥੇ, ਜਿਹੜੇ ਕਹਿੰਦੇ ਅਸੀਂ ਸਕਰੀਨਿੰਗ ਕਮੇਟੀ ਦੇ ਧੜੇਲੇਦਾਰ ਆਗੂ ਆ, ਉਹ ਸਕਰੀਨਿੰਗ ਕਮੇਟੀ ਵਾਲੇ ਪਤਾ ਨਹੀਂ ਕੀ ਸੋਚ ਕੇ ਆਏ, ਉਹ ਸਾਰੇ ਪੰਜਾਬ ਦਾ ਮਾਹੌਲ ਖਰਾਬ ਕਰਿਆ। ਸਕਰੀਨਿੰਗ ਕਮੇਟੀ ਨੇ ਬਰਨਾਲੇ 'ਚ ਟਿਕਟਾਂ ਗਲਤ ਦਿੱਤੀਆਂ, ਹੋਰ 'ਚ ਵੀ ਵਿਰੋਧ ਹੋ ਰਿਹਾ ਹੈਗਾ ਕਈ ਸੀਟਾਂ ਤੇ ਬਰਨਾਲੇ ਦੀਆਂ ਤਾਂ ਮੈਂ 3 ਸੀਟਾਂ ਤੇ ਕਹਿਣਾ ਕਿ 2 ਤਾਂ ਦੇ ਦਿੱਤੀਆਂ, ਤੀਜੀ ਪਤਾ ਨਹੀਂ ਕਿਹਨੂੰ ਦੇਣਗੇ ਵੀ 2 ਸੀਟਾਂ ਤੇ ਇਹਨਾਂ ਨੇ ਗਲਤ ਕੈਂਡੀਡੇਟ ਭੇਜਤੇ ਆ, ਉਹਨਾਂ ਦੀ ਅਸੀਂ ਮੈਂ ਤਾਂ ਸਕਰੀਨਿੰਗ ਕਮੇਟੀ ਆ ਕੌਣ ਆ ਪਤਾ ਨਹੀਂ ਕੌਣ ਨੇ ਉਹਦੇ 'ਚ ਉਹਨਾਂ ਨੂੰ ਕਮੇਟੀ ਦਾ ਜਿਹੜਾ ਸਿਸਟਮ ਆ ਸੀ ਉਹ ਕੋਈ ਪਾਰਦਰਸ਼ੀ ਸਕਰੀਨਿੰਗ ਕਮੇਟੀ ਜਿਹੜੀ ਪਾਰਦਰਸ਼ੀ ਤਰੀਕੇ ਨਾਲ ਜਿਵੇਂ ਹੁਣ ਚ ਲਿਆਂਦੀ ਸੀ ਉਹਦੀ ਆਊਟਪੁੱਟ ਨਹੀਂ ਦੇ ਰਹੀ। ਉਹ ਤਾਂ ਪਹਿਲਾਂ ਸਾਡੇ ਕਾਦੀਆਂ ਸਾਹਿਬ ਦੇ ਪਾਏ, ਉਹਨਾਂ ਦਾ ਗੁੱਸੇ ਹੀ ਨਹੀਂ ਗਿਆ ਕਦੇ ਸਕਰੀਨਿੰਗ ਕਮੇਟੀ ਨੇ। ਤੁਸੀਂ ਉਹਨਾਂ ਬਾਰੇ ਗੱਲ ਕਰ ਰਹੇ ਹੋ ਜੀ? ਕਾਦੀਆਂ ਸਾਹਿਬ ਦਾ ਨਾਂ ਪਾਇਆ ਸੀ, ਪਤਾ ਨਹੀਂ ਉਹਨਾਂ ਦਾ ਗੁੱਸੇ ਹੀ ਨਹੀਂ ਗਾ ਕੁਛ। ਉਹ ਆਪ ਔਕਾਤ ਵਾਸਤੇ 12-14 ਦਿਨ ਹੋ ਗਏ ਨਾ ਕਾਦੀਆਂ ਸਾਹਿਬ ਖੁਦ ਚੋਣ ਲੜੇ। ਹਮੀਦ ਕਾਦੀਆਂ ਕਹਿ ਚੁੱਕਿਆ ਕਿ ਮੈਂ ਚੋਣ ਨਹੀਂ ਲੜਦਾ। ਅਸੀਂ ਤਾਂ ਬਈ ਸਪੋਰਟ ਕਰਨੀ ਸੀ, ਜੇ ਚੰਗੇ ਕੈਂਡੀਡੇਟ ਦੇ ਦਿੰਦੇ ਉਹਨਾਂ ਹੀ ਸਪੋਰਟ ਕਰ ਦਿੰਦੇ, ਨਹੀਂ ਤਾਂ ਉਹ ਝੰਡੇ ਡੰਡਾ ਜਿਵੇਂ ਪਹਿਲਾਂ ਪਾਈ ਫਿਰਦੇ ਉਵੇਂ ਹੁਣ ਪਾਈ ਫਿਰਾਂਗੇ। ਇਹ ਮੋਰਚੇ ਮੈਂ ਤਾਂ ਸਾਰਾ ਰੋਸ ਆ ਜਿਹੜਾ ਉਹ ਮੈਨੂੰ ਸਾਡੇ ਜਿਹੜੇ ਆਗੂ ਨੇ ਵੱਡੇ ਰਾਜੇਵਾਲ ਸਾਹਿਬ ਹੈ ਜਿਹੜੇ ਮੋਰਚੇ ਦੀ ਕੰਪੇਨ ਕਰ ਰਹੇ, ਜਿਹੜੇ ਸੀਐਮ ਦੇ ਅਹੁਦੇਦਾਰ ਵੀ ਹੈ, ਜਿਹੜਾ ਸੀਐਮ ਦਾ ਕੈਂਡੀਡੇਟ ਹੋਵੇ ਉਹਨੂੰ ਫਿਕਰ ਨਹੀਂ ਹੋਣਾ ਚਾਹੀਦਾ ਵੀ ਬਰਨਾਲੇ 'ਚ ਮੈਂ ਟਿਕਟ ਕਿਹਨੂੰ ਦੇਣੀ ਆ। ਸੀਐਮ ਤਾਂ ਹੀ ਬਣੂਗਾ ਰਾਜੇਵਾਲ ਸਾਹਿਬ ਜੇ ਸੀਟਾਂ ਜਿੱਤਾਂਗੇ। ਸੀਟਾਂ ਤਾਂ 3 ਹਰਨ ਵਾਲੇ ਨੂੰ ਦੇ ਰਿਹਾ, 2 ਤਾਂ ਦੇਤੀਆਂ, ਤੀਜੀ ਪਤਾ ਨਹੀਂ ਕਿਹਨੂੰ ਦੇਣੇ। ਮੈਂ ਦਾਅਵੇ ਨਾਲ ਕਹਿੰਦਾ ਗਾ ਵੀ ਬਰਨਾਲੇ 'ਚ ਜਿਵੇਂ ਇਹਨਾਂ ਨੇ ਸੀਟਾਂ ਦਿੱਤੀਆਂ ਨੇ ਜਮਾਨਤ ਜ਼ਬਤ ਹੋਊਗੀ ਇਹਨਾਂ ਦੀ। ਮੈਂ ਮੰਗ ਕਰੂੰਗਾ ਹਮੀਦ ਸਿੰਘ ਕਾਦੀਆਂ ਜੀ ਨੂੰ ਵੀ ਠੀਕ ਹੈ ਤੁਸੀਂ ਇੱਕ ਪੰਜਾਬ ਦੇ ਹਿੱਤਾਂ ਦੇ ਲਈ ਕੋਈ ਲੋਭ ਲਾਲਚ ਨਹੀਂ ਸੀ ਵੀ ਤੁਸੀਂ ਪੰਜਾਬ ਦੇ ਹਿੱਤਾਂ ਲਈ ਇੱਕ ਫਰੰਟ ਜਿਹੜਾ ਬਣਾਇਆ ਸੀ ਉਹਦੇ ਲਈ ਆਏ ਸੀ। ਠੀਕ ਹੈ ਲੋੜ ਸੀਗੀ ਇਹਦੀ ਮੋਰਚਾ ਬਣਾਉਣ ਦੀ, ਕਿਉਂਕਿ ਪੰਜਾਬ ਦੀ ਕਿਸਾਨੀ ਆ ਜਿਹੜੀ ਉਹਦੇ ਕਰਜ਼ੇ ਦੀ ਇੰਨੀ ਪੰਡ ਭਾਰੀ ਹੋ ਚੁੱਕੀ ਹੈ, ਰੋਜ਼ ਨੌਜਵਾਨੀ ਨਸ਼ਿਆਂ 'ਚ ਮਰ ਰਹੀ ਹੈ। ਪੰਜਾਬ ਦੇ ਸਿਰ ਜਿਹੜੀ ਸਾਡੀ ਇਹ ਬਾਰਡਰ ਸਟੇਟ ਹੈ ਜਿਹੜਾ ਕਰਜ਼ਾ ਉਦੋਂ ਦਾ ਚੜਿਆ, ਕੋਈ ਪੋਲੀਟੀਕਲ ਪਾਰਟੀ ਕਹਿ ਨਹੀਂ ਰਹੀ ਸੈਂਟਰ ਨੂੰ ਵੀ ਸਾਡਾ ਕਰਜ਼ਾ ਮਾਫ ਕਰ ਦਿਓ ਜੀ, ਠੀਕ ਹੈ। ਤੇ ਕੋਈ ਪੋਲੀਟੀਕਲ ਪਾਰਟੀ ਪੰਜਾਬ ਨੂੰ ਕੋਈ ਵਧੀਆ ਢਾਂਚਾ ਬਣਾਉਣ ਲਈ, ਪੰਜਾਬ ਦੀ ਮਜ਼ਦੂਰਾਂ ਨੂੰ ਕਰਜ਼ੇ ਤੋਂ ਬਾਹਰ ਕੱਢਣ ਲਈ ਉਪਰਾਲੇ ਨਹੀਂ ਕਰ ਰਹੀ। ਕੋਈ ਕਿਸਾਨਾਂ ਨੂੰ ਕਰਜ਼ੇ ਤੋਂ ਬਾਹਰ ਕੱਢਣ ਲਈ ਸਾਡੇ ਵਪਾਰੀ ਸੁਸਾਈਡ ਕਰਨੇ, ਪਹਿਲਾਂ ਕਦੇ ਸੁਣਿਆ ਵਪਾਰੀ ਖੁਦਕੁਸ਼ੀਆਂ ਕਰਦੇ ਆ, ਵਪਾਰੀਆਂ ਨੇ ਸੁਸਾਈਡ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹ ਮੋਰਚਾ ਦਾ ਇਸ ਕਰਕੇ ਬਣਿਆ ਸੀ, ਵਧੀਆ ਸੋਚ ਨੂੰ ਲੈ ਕੇ ਬਣਿਆ ਸੀ ਵੀ ਭਾਈ ਵਪਾਰੀਆਂ ਦੀ ਵੀ ਸੁਣੀ ਜਾਊਗੀ, ਮਜ਼ਦੂਰਾਂ ਦੀ ਵੀ ਸੁਣੀ ਜਾਊ। ਪੰਜਾਬ ਦਾ ਜਿਹੜਾ ਪਾਣੀ ਆ ਰਿਪੇਰੀਅਨ ਕਾਨੂੰਨ ਮੁਤਾਬਕ ਜਿਹੜੀ ਕੋਈ ਸਟੇਟ ਪੈਦਾ ਕਰਦੀ ਹੈ ਜੀ ਉਹਦਾ ਸੀਗਾ। ਇਹ ਪੰਜਾਬ ਦਾ ਪਾਣੀ ਜਿਹੜਾ ਸਾਡਾ ਖਤਮ ਕਰਕੇ ਆ ਜਿਹੜੀਆਂ ਪੋਲੀਟੀਕਲ ਪਾਰਟੀਆਂ ਰਵਾਇਤੀ ਪਾਰਟੀਆਂ ਉਹ ਬਾਹਰ ਸਮਝੌਤੇ ਕਰੀ ਬੈਠੀਆਂ। ਸਾਡੇ ਤਾਂ ਇਹ ਸੀਗਾ ਵੀ ਸਾਡਾ ਰਾਜ ਆ ਜੇ ਲੜਨ ਵਾਲੇ ਲੋਕਾਂ ਦਾ, ਅਸੀਂ ਸਾਰੇ ਸਮਝੌਤਿਆਂ ਤੇ ਲੀਡ ਮਾਰ ਲਾਂਗੇ। 60 ਬੰਦੇ ਪੰਜਾਬ 'ਚ ਯਾਰ ਕੀ ਅਜਿਹੇ ਨਹੀਂ ਜਿਹੜੇ ਲਾਈਨ ਖਿੱਚ ਕੇ ਕਹਿ ਦੇਣ ਵੀ ਅਸੀਂ ਭਾਈ ਲੋਕਾਂ ਨਾਲ ਖੜੇ ਹਾਂ, ਜਿਹੜੇ ਬਿਨਾਂ ਲੋਭ ਤੇ ਲਾਲਚ ਤੋਂ ਹੋਣ, ਬਿਨਾਂ ਜਿਹੜੇ ਬਿਨਾਂ ਤਨਖਾਹਾਂ ਤੋਂ ਲੜਨ ਵਾਲੇ ਹੋਣ, ਬਿਨਾਂ ਲਾਲਚ ਤੋਂ, ਬਿਨਾਂ ਕੋਠੀਆਂ ਕਰਨ ਵਾਲੇ ਹੋਣ। ਸਾਨੂੰ ਮੈਨੂੰ ਅਫਸੋਸ ਹੈ ਵੀ ਉਹ 60 ਬੰਦੇ ਅਸੀਂ ਲੱਭਣ 'ਚ ਨਾਕਾਮਯਾਬ ਰਹਾਂਗੇ ਜੇ ਇਹ ਆਪ ਹੁਦਰੀਆਂ ਮੋਰਚੇ ਦੀਆਂ ਚੱਲਦੀਆਂ।
ਫਿਲਹਾਲ ਦੂਜੇ ਜਥੇਬੰਦੀਆਂ ਨਾਲ ਵੀ ਉਹ ਵੀ ਵਿਰੋਧ ਕਰ ਰਿਹਾ, ਪਤਾ ਨਹੀਂ ਕਿ ਆਏ ਆ ਕਿ ਨਹੀਂ ਆਏ। ਮੈਂ ਤਾਂ ਆਪਦੀ ਜਥੇਬੰਦੀ ਵੱਲੋਂ ਇਹ ਅੱਜ ਸਪਸ਼ਟ ਕਰਨਾ ਚਾਹੁੰਦਾ, ਮੈਂ ਮੌਕਾ ਪ੍ਰਸਤ ਲੋਕਾਂ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਅੱਜ ਆ ਨਾ ਕੱਲ੍ਹ ਆ ਕਰਦੀਆਂ ਗਰੁੱਪ। ਜੇ ਅਜਿਹੇ ਮੌਕਾ ਪ੍ਰਸਤਾਂ ਨੂੰ ਟਿਕਟ ਦੇਵਾਂਗੇ ਅਸੀਂ ਉਹਦੀ ਸਪੋਰਟ ਨਹੀਂ ਕਰਾਂਗੇ, ਉਹਦੇ ਹੱਕ 'ਚ ਨਹੀਂ ਜਾਵਾਂਗੇ। ਠੀਕ ਹੈ ਜੋ ਕਰਦੀਆਂ ਵੱਲੋਂ ਇਹ ਫੈਸਲਾ ਉਹਦੇ ਇਹ ਸਿੱਧੇ ਤੌਰ ਤੇ ਨਹੀਂ ਕਰ ਰਹੇ, ਅਸਿੱਧੇ ਤੌਰ ਤੇ ਕਰ ਰਹੇ ਵੀ ਜੋ ਕੈਂਡੀਡੇਟ ਮਾੜੇ ਦੇਣਗੇ। ਮੋਰਚਾ ਇਹਦੇ ਤੇ ਵਿਚਾਰ ਕਰ ਲਵੇ। ਜਿਹੜੇ ਕੈਂਡੀਡੇਟ ਸਾਡੇ ਭੇਜੇ ਆ ਉਹ ਕੈਂਡੀਡੇਟਾਂ ਨੂੰ ਹੁਣ ਐਡਵੋਕੇਟ ਹਰਿੰਦਰਪਾਲ ਰਾਣੂ ਵਰਗੇ ਬੈਠੇ ਆ, ਕੌਣ ਬਰਨਾਲੇ 'ਚ ਨਹੀਂ ਜਾਣਦਾ ਵੀ ਇਹ ਲੋਕ ਅਧਿਕਾਰ ਲਹਿਰ ਵਾਲੇ ਕੌਣ ਨਹੀਂ ਜਾਣਦਾ ਇਹਨਾਂ ਨੂੰ। ਤੇ ਹੇਮਰਾਜ ਗਰਗ MC ਸਾਹਿਬ ਸਾਡੇ ਕ੍ਰਾਂਤੀਕਾਰੀ ਲੀਡਰ ਆ, ਕੌਣ ਨਹੀਂ ਜਾਣਦਾ। ਮੈਂ ਚਾਹੁੰਦਾ ਵੀ ਤਿੰਨਾਂ 'ਚੋਂ ਇੱਕ ਨੂੰ ਟਿਕਟ ਦੇ ਦਿਓ, ਜਿਹਨੂੰ ਮਰਜ਼ੀ ਦੇ ਦਿਓ। ਇਹਨਾਂ 'ਚੋਂ ਟਿਕਟ ਵਾਲੇ ਬਰਨਾਲੇ 'ਚੋਂ ਜਿੱਤੀ ਹੁੰਦੀ ਅਸੀਂ ਬਰਨਾਲੇ ਦੀ ਸੀਟ ਗਰੰਟੀ ਨਾਲ ਕਹਿ ਸਕਦੇ ਸੀ ਜਿੱਤ ਕੇ ਮੋਰਚੇ ਨੂੰ ਦਿੰਦੇ। ਹੁਣ ਬਈ ਮੋਰਚੇ 'ਚ ਪਤਾ ਨਹੀਂ ਕੀ ਘਾਟ ਆ, ਕਿੱਥੇ ਕੋਈ ਲਾਲਚ ਜਾਗ ਪਿਆ ਇਹਨਾਂ ਨੂੰ। ਜਿਹੜੇ ਇਹਨਾਂ ਨੇ ਬਿਨਾ ਜੇ ਜ਼ਿਲ੍ਹਾ ਪ੍ਰਧਾਨ ਆ, ਜੇ ਤਿੰਨ ਜਥੇਬੰਦੀਆਂ ਇੱਥੇ ਕਾਦੀਆਂ ਗਰੁੱਪ ਆ, ਰਾਜੇ ਵਾਲਾ ਤੇ ਰੋਲਦੂ ਮਾਨਸਾ ਵਾਲੀ ਪੰਜਾਬ ਕਿਸਾਨ ਯੂਨੀਅਨ, ਤਿੰਨਾਂ 'ਚੋਂ ਜੇ ਸਭ ਤੋਂ ਵੱਡਾ ਕੇਡਰ ਹੈ, ਬਾਕੀ ਤਾਂ ਜਥੇਬੰਦੀਆਂ ਪਹਿਲਾਂ ਹੀ ਬਾਹਰ ਆ। ਜੇ ਸਭ ਤੋਂ ਵੱਡੇ ਕੇਡਰ ਵਾਲੀ ਜਥੇਬੰਦੀ ਉਹ ਸਾਡੀ ਵਿਕਜੂ ਕਰਦੀਆਂ ਬਰਨਾਲਾ 'ਚ, ਤੇ ਜਿੱਥੇ ਸਾਡੇ 80-85 ਪਿੰਡ ਚੱਲਦੇ ਹੁਣ ਸਾਡਾ ਸਹਿਚਾਰ ਹੋਵੇ, ਲੋਕਾਂ ਦੇ ਮੁੱਦਿਆਂ ਲਈ ਲੜਨ ਵਾਲੇ ਹੋਏ, ਲੋਕ ਸਾਡੇ ਤੇ ਭਰੋਸਾ ਕਰਦੇ ਆ। ਤੇ ਇੱਕ ਮੈਨੂੰ ਜ਼ਿਲ੍ਹਾ ਪ੍ਰਧਾਨ ਨੂੰ ਨਹੀਂ ਪੁੱਛਿਆ ਗਿਆ ਵੀ ਟਿਕਟ ਦੇਣ ਵੇਲੇ ਵੀ ਇਹਨੂੰ ਦਈਏ ਜਾਂ ਨਾ ਦਈਏ। ਜਦੋਂ ਸਾਡਾ ਨਰਾਦਰ ਹੋਇਆਗਾ, ਜਿਹੜਾ ਬੰਦਾ ਕਿਸੇ ਰੇਸ 'ਚ ਹੀ ਹੈ ਨਹੀਂਗਾ, ਉਹਨੂੰ ਚੱਕ ਕੇ ਸਰਦੂਲਗੜ੍ਹੋਂ ਲਿਆ ਕੇ ਝਾੜੂ ਦਾ ਕੋਈ ਬਾਗੀ ਉਮੀਦਵਾਰ ਹੈ ਉਹਨੂੰ ਲਿਆ ਕੇ ਬਰਨਾਲੇ 'ਚ ਸਾਡੇ ਗਲਾਂ 'ਚ ਬਹਾਤਾ। ਜਿਹੜੇ ਕਹਿੰਦੇ ਉਹਦੇ ਕੱਲ ਹਰਾ ਪਰਨਾ ਪਵਾਤਾ ਉਹਦੇ ਗੱਲ 'ਚ ਵੀ ਇਹ ਕਿਸਾਨਾਂ ਦਾ ਕੈਂਡੀਡੇਟ ਆ। ਦੱਸੋ ਵੀ ਅਜਿਹੇ ਮੌਕਾ ਪ੍ਰਸਤ ਤੇ ਨਕਲੀ ਕੈਂਡੀਡੇਟਾਂ ਦੀ ਭਾਰਤੀ ਕਿਸਾਨ ਯੂਨੀਅਨ ਕਰਦੀਆਂ ਕਦੇ ਵੀ ਹਿਮਾਇਤ ਨਹੀਂ। ਅਸੀਂ ਆਪਦੀ ਸੂਬਾ ਕਮੇਟੀ ਦੇ ਧਿਆਨ 'ਚ ਲਿਆ ਹੈਗਾ ਵੀ ਭਾਈ ਇਹ ਟਿਕਟ ਬਦਲ ਦਿਓ, ਨਹੀਂ ਇੱਥੇ ਵੱਡਾ ਵਿਰੋਧ ਸੁੱਡਾ ਹੋ ਜਾਊਗਾ ਸੰਯੁਕਤ ਸਮਾਜ ਮੋਰਚੇ ਦਾ। ਅਸੀਂ ਅਗਲੀ ਮੀਟਿੰਗ ਰੱਖਾਂਗੇ ਸੀਟੀ ਹੋਈ ਵੀ ਅਸੀਂ ਖੁੱਲ੍ਹਾ ਛੱਡਣਾ ਜ਼ਿਲ੍ਹਾ, ਤਕਰੀਬਨ ਤਾਂ ਹੁਣ ਖੁੱਲ੍ਹਾ ਹੀ ਛੱਡਾਂਗੇ। ਪੋਲੀਟੀਕਲ ਪਾਰਟੀਆਂ ਤੋਂ ਜਿਨ੍ਹਾਂ ਨੂੰ ਰੋਜ਼ ਗਾਲਾਂ ਕੱਢਦੇ ਰਹੇ ਆ 1.5 ਸਾਲ ਬੈਕਾਂ ਦੇ ਉੱਤੇ, ਉਹਨਾਂ ਦਾ ਵੋਟ ਪਾ ਨਹੀਂ ਸਕਦੇ। ਅਸੀਂ ਕੋਸ਼ਿਸ਼ ਕਰਾਂਗੇ। ਬਾਈਕਾਟ ਕਰੋਗੇ ਵੋਟਾਂ ਨੂੰ? ਬਾਈਕਾਟ ਵੀ ਨਹੀਂ ਕਰਨਾ, ਲੋਕਾਂ ਨੂੰ ਇੰਨਾ ਕੁ ਤਾਂ ਸਿਆਣ ਪੈ ਤੁਹਾਡਾ ਗਿਆ। ਜਿਹੜਾ ਕੇਡਰ ਆ ਵੋਟ ਤਾਂ ਪਾਓਗੇ। ਵੋਟ ਸਾਡਾ ਕੇਡਰ ਇਹ ਕਹਾਂਗੇ ਵੀ ਦੇਖੋ ਵਧੀਆ ਕੈਂਡੀਡੇਟ, ਕੋਈ ਆਜ਼ਾਦ ਉਮੀਦਵਾਰ ਵੀ ਹੋ ਸਕਦਾ ਵਧੀਆ ਤੁਸੀਂ ਕੈਂਡੀਡੇਟ। ਐਲਾਨ ਕਰੋ ਨਾ ਫਿਰ। ਹਾਂ ਕਰਾਂਗੇ, ਉਹ ਅਗਲੀ ਮੀਟਿੰਗ ਬੁਲਾਵਾਂਗੇ, ਵਧੀਆ ਕੈਂਡੀਡੇਟਾਂ ਨੂੰ ਸਪੋਰਟ ਕਰਾਂਗੇ। ਤੁਹਾਡਾ ਉਮੀਦਵਾਰ ਨੇ ਇਹ ਵੀ ਆਜ਼ਾਦ ਖੜ ਸਕਦੇ ਆ ਨਾ ਸਰਦਾਰ ਜਿਹੜੇ ਤਾਂ ਮੋਰਚੇ ਵੱਲੋਂ ਇਹ ਲੜਾਉਣੇ ਸੀਗੇ। ਮੋਰਚੇ ਦੇ ਦੇਖੋ ਲੋਕਾਂ ਨੇ ਬੇਬ ਬਣ ਗਈ ਸੀ ਮੋਰਚੇ ਦੀ, ਲੋਕਾਂ ਨੇ ਮੋਰਚੇ ਦੇ ਥਰੂ ਹੀ ਵੋਟ ਪਾਉਣੀ ਸੀ। ਤੇ ਆਜ਼ਾਦ ਨਾ ਖੜਨਾ ਇਹਦਾ ਖੜਨਾ ਜਾਂ ਨਾ ਖੜਨਾ ਇਹ ਅਗਲਾ ਫੈਸਲਾ ਹੋਊਗਾ। ਫਿਲਹਾਲ ਸਾਡਾ ਕੋਈ ਵੀ ਕੈਂਡੀਡੇਟ ਆਜ਼ਾਦ ਨਹੀਂ ਖੜੂਗਾ। ਸੋ ਸੰਯੁਕਤ ਸਮਾਜ ਮੋਰਚਾ ਇੱਕ ਸੋਚ ਹੈ। ਸੰਯੁਕਤ ਸਮਾਜ ਮੋਰਚੇ ਨੇ ਸਮਾਜ ਨੂੰ ਜੋ ਚੇਤਨਤਾ ਦਿੱਤੀ ਹੈ, ਅਸੀਂ ਉਹਨੂੰ ਮਰਨ ਨਹੀਂ ਦੇਣਾ ਚਾਹੁੰਦੇ। ਇਸ ਕਰਕੇ ਇਹ ਮੌਜੂਦਾ ਕਾਨਫਰੰਸ ਰੱਖੀ ਹੈ, ਪ੍ਰੈਸ ਕਾਨਫਰੰਸ। ਇਹਦਾ ਮੇਨ ਮਕਸਦ ਇਹ ਹੈ ਜਿੱਥੇ ਕਿਉਂਕਿ ਸੰਯੁਕਤ ਸਮਾਜ ਮੋਰਚਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਣਾਇਆ ਗਿਆ। ਰਵਾਇਤੀ ਪਾਰਟੀਆਂ ਨੇ ਜੋ ਗਲਤੀਆਂ ਕੀਤੀਆਂ, ਤੇ ਸਿਸਟਮ ਕਰਪਟ ਹੁੰਦਾ। ਉਹ ਸਿਸਟਮ ਨੂੰ ਬਦਲਣ ਵਾਸਤੇ ਦਲਦਲ ਦੇ ਵਿੱਚ, ਰਾਜਨੀਤੀ ਦੀ ਦਲਦਲ ਲੋਕ ਕਹਿੰਦੇ ਨੇ, ਉਹਨੂੰ ਦਲਦਲ ਦੇ ਵਿੱਚ ਵੜ ਕੇ ਸਾਫ਼ ਕਰਨ ਵਾਸਤੇ ਸਾਡੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਰਦਾਰ ਹਰਮੀਤ ਸਿੰਘ ਕਾਦੀਆਂ ਜਿਹੜੇ ਪ੍ਰਧਾਨ ਨੇ, ਉਹਨਾਂ ਦੀ ਸੋਚ ਤੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਤੇ ਹੋਰ ਜਿਹੜੀਆਂ ਨਾਲ ਜਥੇਬੰਦੀਆਂ ਨੇ, ਉਹਨਾਂ ਦੀ ਇਹ ਸੋਚ ਹੈ। ਅਸੀਂ ਉਸ ਸੋਚ ਨੂੰ ਬਚਾਉਣ ਵਾਸਤੇ ਹੀ ਤੇ ਤੁਹਾਡੇ ਮਾਧਿਅਮ ਰਾਹੀਂ ਆਪਣੀ ਗੱਲ ਉਹਨਾਂ ਤੱਕ ਪਹੁੰਚਾ ਰਹੇ ਹਾਂ। ਅਸੀਂ ਕੱਲ ਮਿਲ ਕੇ ਵੀ ਆਏ ਹਾਂ, ਕਾਦੀਆਂ ਸਾਹਿਬ ਨੂੰ ਵੀ ਮਿਲ ਕੇ ਆਏ, ਰਾਜੇਵਾਲ ਸਾਹਿਬ ਨੂੰ ਵੀ ਮਿਲ ਕੇ ਆਏ ਹਾਂ। ਬਟ ਜਿਹੜੀ ਹਕੀਕਤ ਹੈਗੀ ਆ ਉਹ ਇੱਥੇ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ। ਇਕੱਲਾ ਸਿਰਫ ਇਲੈਕਸ਼ਨ ਲੜਨਾ, ਜਿੱਤਣਾ ਜਾਂ MLA ਬਣਨਾ ਜਾਂ ਕਿਸੇ ਲਾਲਚ ਬਸ ਜਾ ਕੇ ਇੱਕ ਕੁਰਸੀ ਦੇ ਉੱਪਰ ਬੈਠ ਜਾਣਾ, ਉਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਾਂ ਹੋਰ ਜਥੇਬੰਦੀਆਂ ਦੀ ਇਹ ਸੋਚ ਨਹੀਂ ਹੈ। ਜਿਨ੍ਹਾਂ ਕੈਂਡੀਡੇਟਸ ਨੇ ਇੱਥੋਂ ਅਪਲਾਈ ਕੀਤਾ ਸੀ ਉਹਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਰਾਜੇਵਾਲ ਗਰੁੱਪ, ਹੋਰ ਸਾਰਿਆਂ ਦੀ ਦਾ ਸਮਰਥਨ ਹਾਸਲ ਸੀ। ਉਹਦੇ ਵਿੱਚ ਇਹ ਸੀਗਾ ਵੀ ਸਕਰੀਨਿੰਗ ਕਮੇਟੀ ਉਹਨਾਂ ਦੀ ਸਮਰੱਥਾ ਨੂੰ, ਉਹਨਾਂ ਦੀ ਕੈਂਡੀਡੇਚਰ ਨੂੰ ਉਸ ਮੁਤਾਬਕ ਕੰਸੀਡਰ ਕਰਕੇ ਉਹਨਾਂ ਦੇ ਵਿੱਚੋਂ ਕੋਈ ਵੀ ਉਮੀਦਵਾਰ ਲੈ ਕੇ ਆਊਗੀ। ਕਿਉਂਕਿ ਉਹ ਉਮੀਦਵਾਰ ਹੇਠਲੇ ਕੇਡਰ ਨੇ ਖੁਦ ਆਪ ਚੁਣ ਕੇ ਲੱਭੇ ਵੀ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਸਾਨੂੰ ਅੱਗੇ ਰਿਪਰੈਜ਼ੈਂਟ ਕਰ ਸਕਦੇ ਆ। ਸਾਡੇ ਬਰਨਾਲੇ ਤੋਂ 3-4 ਨਾਮ ਨੇ, ਮੈਂ ਵੀ ਸੁਭਾਗਾ ਉਹਨਾਂ ਦੇ ਵਿੱਚੋਂ ਇੱਕ। ਬੂਟਾ ਸਿੰਘ ਜੀ ਬੈਠੇ ਨੇ, ਹੋਰ ਬੈਠੇ ਨੇ। ਤੇ ਉਹ ਸੋਚ ਨੂੰ ਬਚਾਉਣ ਵਾਸਤੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਆ, ਤਾਂ ਕਿ ਜਿਹੜੇ ਇੱਥੋਂ ਦੇ ਲੋਕ ਨੇ ਜਿਹੜੇ ਸਾਡੇ ਤੇ ਆਸਾਂ ਲਾਈ ਬੈਠੇ ਨੇ, ਅਸੀਂ ਉਹਨਾਂ ਨਾਲ ਵੀ ਅਸੀਂ ਵਿਸ਼ਵਾਸਘਾਤ ਨਹੀਂ ਕਰ ਸਕਦੇ।
ਕੋਈ ਇਹੋ ਜਿਹੇ ਮੋਰਚੇ ਦੇ ਕੈਂਡੀਡੇਟ ਨੂੰ ਅਸੀਂ ਲੋਕਾਂ ਨੂੰ ਕਹਦੇ ਵੀ ਇਹਦੀ ਸਪੋਰਟ ਕਰੋ ਜਿਹੜਾ ਇੱਕ ਆਮ ਆਦਮੀ ਪਾਰਟੀ ਦਾ ਬਾਗੀ ਵਲੰਟੀਅਰ ਹੋ। ਫਿਰ ਸਾਡੇ ਤੇ ਸੰਯੁਕਤ ਸਮਾਜ ਮੋਰਚੇ ਤੇ ਬਾਕੀ ਰਵਾਇਤੀ ਪਾਰਟੀਆਂ ਦੇ ਵਿੱਚ ਕੀ ਫਰਕ ਰਹਿ ਗਿਆ? ਮੇਨ ਇਸ਼ੂ ਹੈਗਾ ਇਹ। ਤੇ ਦੂਸਰੀ ਗੱਲ ਜਿਹੜੀ ਅਸੀਂ ਕਹਿਣੀ ਚਾਹੁੰਦੇ ਆ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪ੍ਰਧਾਨ ਜੀ ਨੇ ਵੀ ਪਹਿਲਾਂ ਗੱਲ ਕਹਿਤੀ, ਹੋਰ ਜਿਹੜੀ ਇਸ ਹਲੇ ਵੋਟਾਂ ਦੇ ਬਾਈਕਾਟ ਨੂੰ ਲੈ ਕੇ ਜਾਂ ਆਜ਼ਾਦ ਉਹਦੇ ਮਸਲੇ ਨੂੰ ਲੈ ਕੇ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ ਹੈ। ਅਸੀਂ ਤੁਹਾਡੇ ਮਾਧਿਅਮ ਨਾਲ ਜਿਹੜੇ ਇੱਥੋਂ ਦੇ ਲੋਕ ਨੇ ਜਿਹੜੇ ਇਹ ਗੱਲ ਸਮਝ ਰਹੇ ਨੇ ਵੀ ਸੰਯੁਕਤ ਸਮਾਜ ਮੋਰਚੇ ਨੇ ਇੱਕ ਵਧੀਆ ਕੈਂਡੀਡੇਟ ਦਿੱਤਾ, ਉਹ ਜਿਹੜੇ ਪਿੰਡੂ ਤਬਕਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਕੈਂਡੀਡੇਟ ਕਿਹੋ ਜਿਹਾ ਸੀ, ਉਸ ਕੈਂਡੀਡੇਟ ਦੇ ਬਾਰੇ ਉਹਨਾਂ ਨੂੰ ਅਗਾਹ ਕਰਨ ਵਾਸਤੇ ਤੁਹਾਡੇ ਜਰੀਏ ਇਹ ਕੀਤੀ ਆ, ਕਿਉਂਕਿ ਸਮਾਜਿਕ ਚੇਤਨਤਾ ਲੈ ਕੇ ਆਉਣਾ ਹੀ ਸਾਡਾ ਫਰਜ਼ ਹੈ। ਸਮਾਜਿਕ ਚੇਤਨਤਾ ਲੈ ਕੇ ਆਉਣਾ ਹੀ ਸੰਯੁਕਤ ਸਮਾਜ ਮੋਰਚੇ ਦੀ ਸੋਚ ਹੈ। ਉਸੇ ਸਮਾਜਿਕ ਚੇਤਨਤਾ ਨੂੰ ਲੈ ਕੇ ਸੰਯੁਕਤ ਸਮਾਜ ਮੋਰਚਾ ਨੇ ਵੋਟਾਂ ਵਿੱਚ ਖੜੇ ਹੋਣ ਦਾ ਫੈਸਲਾ ਲਿਆ। ਉਸੇ ਸੋਚ ਨੂੰ ਆਪਾਂ ਅੱਗੇ ਲੈ ਕੇ ਜਾਣਾ, ਇਹੀ ਸਾਡੇ ਆਗੂਆਂ ਤੱਕ ਸਾਡੀ ਬੇਨਤੀ ਆ ਤੁਹਾਡੇ ਜਰੀਏ। ਇੱਥੇ ਜਿਹੜੀ ਗੱਲ ਆ, ਸਕਰੀਨਿੰਗ ਕਮੇਟੀ ਦੇ ਵਿੱਚ ਕੁਝ ਬੰਦਿਆਂ ਨੇ ਕੁਝ ਆਗੂਆਂ ਨੂੰ ਮਿਸਗਾਈਡ ਕਰਤਾ। ਸਕਰੀਨਿੰਗ ਕਮੇਟੀ ਦੇ ਵਿੱਚ ਕੁਝ ਬੰਦਿਆਂ ਨੇ ਕੁਝ ਆਗੂਆਂ ਨੂੰ ਮਿਸਗਾਈਡ ਕਰਤਾ, ਜਿਹਦੇ ਕਰਕੇ ਕੁਝ ਗਲਤ ਫੈਸਲੇ ਹੋ ਗਏ। ਗਲਤ ਫੈਸਲੇ ਦੇ ਖਿਲਾਫ ਅਸੀਂ ਪਹਿਲਾਂ ਲੜਦੇ ਰਹੇ ਹਾਂ ਤੇ ਗਲਤ ਫੈਸਲੇ ਦੇ ਖਿਲਾਫ ਹੀ ਸਾਡੇ ਲੀਡਰਾਂ ਵੱਲੋਂ ਜੋ ਗਲਤ ਫੈਸਲੇ ਹੋਏ ਉਹਨਾਂ ਨੂੰ ਦਰੁਸਤ ਕਰਾਉਣ ਵਾਸਤੇ ਹੀ ਅੱਜ ਦੀ ਕਾਨਫਰੰਸ ਦਾ ਪ੍ਰਧਾਨ ਜੀ ਦਾ ਤੇ ਜੋ ਜਜ਼ਬਾਤ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੇ ਆਮ ਲੋਕਾਂ ਨੂੰ ਵੀ ਬੇਨਤੀ ਹੈ ਵੀ ਜੋ ਇਹਨਾਂ ਦੇ ਜਜ਼ਬਾਤ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। 1.5 ਸਾਲ ਪੌਣੇ 2 ਸਾਲ 1.5 ਸਾਲ ਤੱਕ ਆਪਾਂ ਸੜਕਾਂ ਤੇ ਬੈਠੇ ਰਹੇ। ਜਦੋਂ ਅਸੀਂ ਸੱਤਾ ਪਰਿਵਰਤਨ ਦੀ ਗੱਲ ਕਰਦੇ ਆ ਫਿਰ ਅਸੀਂ ਸੜਕਾਂ ਤੇ ਕਿਉਂ ਰੁਲਦੇ ਆ? ਜਦੋਂ ਸਾਡੇ 'ਚ ਇਹ ਸਮਰੱਥਾ ਹੈਗੀ ਹੈ ਵੀ ਅਸੀਂ ਰਾਜ ਕਰ ਸਕਦੇ ਹਾਂ ਤੇ ਫਿਰ ਅਸੀਂ ਇਹ ਕਿਉਂ ਸੋਚਦੇ ਹਾਂ ਵੀ ਰਾਜਨੀਤਿਕ ਦਲਦਲ ਹੈ? ਰਾਜਨੀਤੀ ਦਲਦਲ ਉਦੋਂ ਆ ਜਦੋਂ ਸਾਡੀ ਸੋਚ ਮਾੜੀ ਹੈ। ਜੇ ਸਾਡੀ ਸੋਚ ਚੰਗੀ ਹੈ ਤਾਂ ਅਸੀਂ ਉਸ ਰਾਜਨੀਤੀ ਦੇ ਵਿੱਚ ਲੈ ਕੇ ਵੀ ਸਮਾਜ ਨੂੰ ਬਦਲਣ ਦਾ ਮਾਦਾ ਰੱਖਦੇ ਹਾਂ। ਤੇ ਮੇਰੇ ਮੁਤਾਬਕ ਜਿਹੜਾ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਨੇ ਇਹ ਗੱਲ ਸਾਬਤ ਕੀਤੀ ਹੈ, ਸਾਡੇ ਜਗਸੀਰ ਸਿੰਘ ਸ਼ੀਰਾ ਸੀਨੀਵਾਲ ਉਹਨਾਂ ਨੇ ਇਹ ਗੱਲ ਸਾਬਤ ਕੀਤੀ ਆ ਕਿ ਉਹ ਸਮਾਜ ਨੂੰ ਬਦਲਣ ਦਾ ਮਾਦਾ ਰੱਖਦੇ ਨੇ ਇੱਕ ਚੰਗੀ ਸੋਚ ਦੇ ਨਾਲ। ਉਹ ਸੋਚ ਨੂੰ ਮਰਨ ਨਹੀਂ ਦੇਣਾ ਚਾਹੁੰਦੇ, ਇਸ ਲਈ ਅੱਜ ਜਜ਼ਬਾਤੀ ਹੋ ਕੇ ਪ੍ਰੈਸ ਕਾਨਫਰੰਸ ਜਰੀਏ ਇਹ ਤੁਹਾਡੇ ਜਰੀਏ ਮੈਸੇਜ ਸੰਯੁਕਤ ਸਮਾਜ ਮੋਰਚੇ ਦੇ ਕੁਝ ਮੈਂਬਰਾਂ ਨੂੰ, ਸਕਰੀਨਿੰਗ ਕਮੇਟੀ ਨੂੰ ਇਹ ਬੇਨਤੀ ਕਰਦੇ ਆ ਵੀ ਇਹਨੂੰ ਰੀਕਨਸੀਡਰ ਕੀਤਾ ਜਾਵੇ, ਅਸੀਂ ਆਪਣੀ ਸੋਚ ਨੂੰ ਮਰਨ ਨਾ ਦਈਏ। ਪ੍ਰਧਾਨ ਜੀਆਂ ਨੇ ਤੇ ਐਡਵੋਕੇਟ ਰਾਣੂ ਜੀਆਂ ਨੇ ਬਹੁਤ ਵਿਸਥਾਰ ਦੇ ਵਿੱਚ ਜੋ ਆਪਣੇ ਬਰਨਾਲਾ ਜ਼ਿਲ੍ਹੇ ਦੀਆਂ 2 ਸੀਟਾਂ ਐਲਾਨੀਆਂ, ਉਹਨਾਂ ਸੀਟਾਂ ਦੇ ਵਿੱਚ ਜੋ ਵੱਡਾ ਫਰਕ ਰਹਿ ਗਿਆ ਐਲਾਨਣ ਦੇ ਵਿੱਚ, ਉਹ ਤੁਹਾਡੇ ਨਾਲ ਵਿਸਥਾਰ ਦੇ ਵਿੱਚ ਸਾਂਝਾ ਕੀਤਾ ਹੈ। ਉਹਨਾਂ 'ਚੋਂ ਇੱਕ ਗੱਲ ਮੈਂ ਰਾਣੂ ਜੀਆਂ ਦੀ ਗੱਲ ਨੂੰ ਅੱਗੇ ਤੋਰਦਾ ਹੋਇਆ ਆਪਣੀ ਗੱਲ ਰੱਖੂੰਗਾ। ਉਹਨਾਂ ਨੇ ਕਿਹਾ ਸੀ ਕਿ ਸਿਸਟਮ ਨੂੰ ਬਦਲਣ ਦੇ ਲਈ ਸੰਯੁਕਤ ਸਮਾਜ ਮੋਰਚਾ ਹੋਂਦ ਦੇ ਵਿੱਚ ਆਇਆ। ਬਿਲਕੁਲ ਸਹੀ ਹੈ ਗੱਲ। ਸਿਸਟਮ ਬਦਲਣ ਵਾਸਤੇ ਸਿਰਫ 2 ਗੱਲਾਂ ਦੀ ਲੋੜ ਹੁੰਦੀ ਹੈ, ਬਹੁਤੀ ਕੋਈ ਲੰਬੀ ਚੌੜੀ ਇਹਦੇ 'ਚ ਗੱਲ ਨਹੀਂ ਹੁੰਦੀ। ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਟਿਕਟ ਕਿਸੇ ਦੀ ਜੇਬ 'ਚੋਂ ਨਿਕਲਣੀ ਬੰਦ ਹੋਵੇ, ਕਿਉਂਕਿ ਜੋ ਪਹਿਲਾਂ ਰਵਾਇਤੀ ਪਾਰਟੀਆਂ ਦਾ ਸਿਸਟਮ ਹੈ ਉਹ ਇਹ ਹੈ ਵੀ 2-2 ਕਰੋੜ ਦੀ ਟਿਕਟ ਕਿਸੇ ਦੀ ਜੇਬ 'ਚੋਂ ਨਿਕਲਦੀ ਹੈ, ਫਿਰ ਉਸ ਤੋਂ ਬਾਅਦ 3-4 ਕਰੋੜ ਰੁਪਇਆ ਉਹਨੂੰ ਜਿੱਤਣ ਤੇ ਵੀ ਲਾਉਂਦਾ ਹੈ। ਜਿਹਨੇ 5-6 ਕਰੋੜ ਰੁਪਇਆ ਆਪਦੀ ਜੇਬ 'ਚੋਂ ਲਾਤਾ, ਫਿਰ ਉਹ ਸਾਡਾ ਸਕਾ ਕਿਉਂ ਬਣੂਗਾ? ਉਹ ਉਹਦਾ ਸਕਾ ਬਣੂ ਜਿਹਦੀ ਜੇਬ 'ਚੋਂ ਟਿਕਟ ਨਿਕਲੀ ਹੈ, ਪਹਿਲੀ ਗੱਲ। ਦੂਜੀ ਗੱਲ, ਉਹ ਅੱਜ ਆਪਦੇ ਜਵਾਕਾਂ ਦਾ ਸਕਾ ਬਣੂ। ਜੇ ਉਹਨੇ 5 ਕਰੋੜ ਖਰਚ ਕੀਤਾ ਤਾਂ ਜ਼ੀਰੋ ਨਾਲ ਲਾ ਕੇ 50 ਕਰੋੜ ਕਮਾਊਗਾ ਇੱਕ ਪਲਾਨ ਦੇ ਵਿੱਚ। ਇਸ ਲਈ ਇਹ ਸੰਯੁਕਤ ਸਮਾਜ ਮੋਰਚਾ ਇਸ ਤਰ੍ਹਾਂ ਦੀਆਂ ਗੱਲਾਂ ਜੋ ਵਿਗਾੜ ਆ ਗਏ ਸੀ ਰਵਾਇਤੀ ਸਿਸਟਮ ਦੇ ਵਿੱਚ, ਰਵਾਇਤੀ ਪਾਰਟੀਆਂ ਨੇ ਲਿਆਂਦੇ, ਉਹਨਾਂ ਨੂੰ ਦੂਰ ਕਰਨ ਵਾਸਤੇ ਇੱਕ ਆਸ ਦੀ ਕਿਰਨ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ। ਪਰ ਇਹਨਾਂ ਨੂੰ ਪੋਲੀਟੀਕਲ ਸਿਸਟਮ ਦੀ ਕੋਈ ਹੋ ਸਕਦਾ ਉਸ ਤਰ੍ਹਾਂ ਦੀ ਹਲੇ ਚਾਲ ਚੱਲਣੀ ਸਿੱਖ ਰਹੇ ਨੇ, ਉਹਦੇ 'ਚ ਵੱਡਾ ਫਰਕ ਰਹਿ ਗਿਆ। ਫਰਕ ਤਰਕ ਜੇ ਕੋਈ ਬੰਦਾ ਕੰਮ ਕਰਦਾ ਹਮੇਸ਼ਾ ਗਲਤੀ ਉਸੇ ਤੋਂ ਹੁੰਦੀ ਹੈ, ਜਿਹਨੇ ਕਦੇ ਕੰਮ ਨਹੀਂ ਕੀਤਾ ਉਹ ਤੋਂ ਕਦੇ ਕੋਈ ਗਲਤੀ ਨਹੀਂ ਹੁੰਦੀ। ਸੋ ਜੇ ਫਰਕ ਰਹਿ ਗਿਆ, ਫਰਕ ਜੇ ਵਾਲੀ ਗੱਲ ਤਾਂ ਹੈ ਹੀ ਨਹੀਂ, ਫਰਕ ਮੋਟਾ ਰਹਿ ਗਿਆ। ਬਰਨਾਲਾ ਜ਼ਿਲ੍ਹੇ ਦੇ ਵਿੱਚ 3 ਸੀਟਾਂ 'ਚੋਂ 2 ਸੀਟਾਂ ਐਲਾਨੀਆਂ, 2 ਦੀਆਂ 2 ਸੀਟਾਂ ਬਾਹਰੋਂ ਲਿਆ ਕੇ ਕੈਂਡੀਡੇਟ ਥੋਪਤੇ ਸਾਡੇ ਤੇ। ਇਹ ਇਨਕਲਾਬੀ ਜ਼ਿਲ੍ਹਾ ਹੈ, ਕ੍ਰਾਂਤੀਕਾਰੀ ਜ਼ਿਲ੍ਹਾ ਹੈ। ਪਿਛਲੀ ਵਾਰ ਵੀ ਤੁਸੀਂ ਦੇਖਿਆ ਬਰਨਾਲਾ ਹਰੇਕ ਵਾਰੀ ਪਿਛਲੇ ਸਮਿਆਂ ਦੇ ਵਿੱਚ ਵੀ ਵੱਖਰੇ ਤੌਰ ਤੇ ਨਤੀਜੇ ਆਪਣੇ ਦਿਖਾਉਂਦਾ ਹੈ। ਸੋ ਇਸ ਤਰ੍ਹਾਂ ਦੀ ਗੱਲ ਬਰਨਾਲਾ ਜ਼ਿਲ੍ਹਾ ਜਿਹੜਾ ਇਹ ਕਦੇ ਬਰਦਾਸ਼ਤ ਨਹੀਂ ਕਰੂਗਾ। ਸੋ ਮੇਰੀ ਪੁਰਜ਼ੋਰ ਬੇਨਤੀ ਹੈ, ਗੁਜ਼ਾਰਿਸ਼ ਹੈ ਸਕਰੀਨਿੰਗ ਕਮੇਟੀ ਨੂੰ ਕਿ ਗਲਤੀ ਜਾਂ ਫਰਕ ਹਰ ਬੰਦੇ ਤੋਂ ਰਹਿ ਜਾਂਦਾ ਹੈ।
ਜਿਸ ਬੰਦੇ ਨੇ ਕਦੇ ਗਲਤੀ ਨਹੀਂ ਕੀਤੀ ਸਮਝ ਲਓ ਉਹਨੇ ਕਦੇ ਕੋਈ ਕੰਮ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ। ਫਰਕ ਰਹਿ ਗਿਆ, ਇਸ ਨੂੰ ਦੂਰ ਕਰੋ ਤਾਂ ਕਿ ਇਹ ਸੀਟਾਂ ਜਿਹੜੀਆਂ ਹੁਣ ਇਸ ਸਮੇਂ ਹਾਰ ਦੀ ਕਗਾਰ ਤੇ ਖੜੀਆਂ ਨੇ, ਹਾਰ ਦੀ ਕਗਾਰ ਛੱਡੋ, ਇਸ ਸਮੇਂ ਇੱਥੇ ਖੜੀਆਂ ਨੇ ਕਿ ਇਹਨਾਂ ਦੀ ਜ਼ਮਾਨਤ ਜ਼ਬਤ ਹੋਊਗੀ ਦੋਨਾਂ ਸੀਟਾਂ ਤੋਂ ਜੋ ਨੁਮਾਇੰਦੇ ਦਿੱਤੇ ਨੇ। ਸੋ ਆਪਾਂ ਸੰਯੁਕਤ ਸਮਾਜ ਮੋਰਚੇ ਦੀ ਢੂਹੀ ਨਹੀਂ ਲਵਾਉਣੀ। ਸੋ ਮੇਰੀ ਬੇਨਤੀ ਹੈ ਉਤਲੀ ਟੀਮ ਨੂੰ ਕਿ ਉਹ ਜਿਹੜਾ ਫਰਕ ਰਿਹਾ ਵੱਡਾ ਫਰਕ, ਇਹ ਦੋਨੇ ਸੀਟਾਂ ਦੁਬਾਰਾ ਪੁਨਰ ਵਿਚਾਰ ਕਰਕੇ ਤੀਜੀ ਸੀਟ ਜਿਹੜੀ ਸਾਡੀ ਬਚਦੀ ਹੈ ਮਹਿਲ ਕਲਾਂ ਦੀ, ਉਹ ਤੇ ਵੀ ਜੋ ਡਿਜ਼ਰਵਿੰਗ ਕੈਂਡੀਡੇਟ ਹੈ ਉਸੇ ਹਲਕੇ ਦੇ ਵਿੱਚੋਂ ਕੋਈ ਬਾਹਰ ਦੇ ਹਲਕੇ ਤੋਂ ਕੈਂਡੀਡੇਟ ਸਾਡੇ ਤੇ ਨਾ ਥੋਪਿਆ ਜਾਵੇ। ਮੈਂ ਇਸੇ ਗੱਲ ਦੀ ਗੁਜ਼ਾਰਿਸ਼ ਤੇ ਆਸ ਦੇ ਨਾਲ ਕਿ ਸੰਯੁਕਤ ਸਮਾਜ ਮੋਰਚਾ ਸਾਡੀ ਇਸ ਬੇਨਤੀ ਤੇ ਬਹੁਤ ਹੀ ਹਮਦਰਦੀ ਨਾਲ ਵਿਚਾਰ ਕਰੂਗਾ ਤੇ ਸਹੀ ਫੈਸਲਾ ਲਊਗਾ। ਧੰਨਵਾਦ, ਬਹੁਤ ਬਹੁਤ ਧੰਨਵਾਦ।